प्रशासन मुर्दाबाद, स्कूल प्रशासन मुर्दाबाद, छोटू स्कूल मुर्दाबाद, मुर्दाबाद मुर्दाबाद, स्कूल प्रशासन मुर्दाबाद, मुर्दाबाद मुर्दाबाद, मापिਆਂ ਦਾ ਏਕਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਫੀਸਾਂ ਦਾ ਵਾਧਾ ਵਾਪਸ ਕਰੋ। ਅੱਜ ਅਸੀਂ ਪੂਰਾ ਪ੍ਰੋਗਰਾਮ ਬਣਾ ਕੇ ਇਹਨਾਂ ਨੂੰ ਸੰਕੇਤਕ ਧਰਨਾ ਦਿੱਤਾ ਏ। ਸਵੇਰੇ ਇਹਨਾਂ ਨੇ 9 ਵਜੇ ਤੋਂ ਗੇਟ ਨਹੀਂ ਖੋਲ੍ਹਿਆ। ਸਿਰਫ ਪੁਲਿਸ ਪ੍ਰਸ਼ਾਸਨ ਨੇ ਆ ਕੇ ਬੇਨਤੀ ਕੀਤੀ ਆ ਵੀ ਹਾਲਾਤ ਵਿਗੜ ਸਕਦੇ ਆ, ਮੈਡਮ ਇਹਨਾਂ ਦੀ ਗੱਲ ਸੁਣੋ, ਤਾਂ ਉਹ ਅੰਦਰੋਂ ਆਏ ਆ, ਨਹੀਂ ਤਾਂ ਉਹ ਪ੍ਰੀਖਿਆ ਦਾ ਬਹਾਨਾ ਲਾ ਕੇ ਪ੍ਰਿੰਸੀਪਲ ਮੈਡਮ ਅੰਦਰ ਬੈਠੇ ਸੀ। 70% ਫੀਸ ਲੈਣ ਦਾ ਸਾਨੂੰ ਗੌਰਮੈਂਟ ਨੇ ਪਹਿਲਾਂ ਕਿਹਾ ਸੀ, ਕੋਰਟ ਤੋਂ ਵੀ ਆਰਡਰ ਹੋਏ ਤੇ ਉਹ 70% ਉਸ ਟਾਈਮ ਦਿੱਤੀਆਂ। ਉਹ ਤੋਂ ਬਾਅਦ ਹੁਣ ਜਿਹੜੇ ਫੀਸਾਂ ਦੁਬਾਰਾ ਇਹ 100% ਮੰਗ ਰਹੇ ਆ ਜੀ, ਐਨੂਅਲ ਚਾਰਜ ਅਲੱਗ ਮੰਗ ਰਹੇ ਆ। ਉਸ ਤੋਂ ਇਲਾਵਾ ਬਿਲਡਿੰਗ ਫੰਡ, ਇਲੈਕਟ੍ਰੀਕਲ ਫੰਡ, ਹੋਰ ਕਾਫੀ ਫੰਡ ਲਗਾ ਦਿੱਤੇ ਹੋਏ ਵਿੱਚ ਇਹਨਾਂ ਨੇ ਜੀ। ਕੋਰਟ ਵੱਲੋਂ ਵੀ ਆਇਆ ਵੀ 70% ਫੀਸ ਲੈਣੀ ਆ, ਕੱਲੀ ਟਿਊਸ਼ਨ ਫੀਸ ਲੈਣੀ ਆ, ਕੋਈ ਐਨੂਅਲ ਚਾਰਜ ਨਹੀਂ ਲੈਣੇ। ਇਹ ਕੋਈ ਐਨੂਅਲ ਚਾਰਜ ਲਾਉਣ ਦੇ, ਕਦੇ ਬਿਲਡਿੰਗ ਫੰਡ ਲਾਉਣ ਦੇ ਆ। ਅੱਜ ਇਹਨਾਂ ਨੇ ਸਾਨੂੰ ਕੋਈ ਇੱਕ ਫੇਕ ਆਰਡਰ ਵੀ ਦਿੱਤਾ ਜੀ। ਆਹ ਕਹਿੰਦੇ ਜੀ ਸੁਪਰੀਮ ਕੋਰਟ ਦਾ, ਜਦ ਕਿ ਕੋਈ ਆਰਡਰ ਨਹੀਂ ਆਇਆ। ਇਹ ਫੇਕ ਆਰਡਰ ਦੀ ਕੋਈ ਆਨਲਾਈਨ ਇਹਨਾਂ ਨੇ ਕਾਪੀ ਕੱਢ ਕੇ ਦਿੱਤੀ ਆ। ਅਸੀਂ ਆਨਲਾਈਨ ਵੀ ਚੈੱਕ ਕੀਤਾ, ਸੁਪਰੀਮ ਕੋਰਟ ਦਾ ਕੋਈ ਆਰਡਰ ਨਹੀਂ 100% ਫੀਸ ਦਾ। ਇਹਨਾਂ ਨੇ ਸਾਨੂੰ ਇਹ ਫੇਕ ਆਰਡਰ ਦੀ ਕਾਪੀ ਦਿੱਤੀ ਆ। ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਵੀ ਇਹੋ ਜਿਹੇ ਸਕੂਲਾਂ ਖਿਲਾਫ ਕਾਰਵਾਈ ਕੀਤੀ ਜਾਵੇ। ਸਰ ਇਹਨਾਂ ਨੇ ਫੀਸਾਂ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ, ਫੀਸਾਂ ਲਗਾਤਾਰ ਨਹੀਂ ਵਧਾਉਂਦੇ। ਇਹ 2 ਮਹੀਨੇ ਕੁਝ ਫੀਸ ਰੱਖਦੇ, 2 ਮਹੀਨੇ ਬਾਅਦ ਵਧਾ ਦਿੰਦੇ। ਪਹਿਲਾਂ ਇਹਨਾਂ ਨੇ ਰੱਖੀ ਸੀ 5th ਕਲਾਸ ਵਿੱਚ 1204 ਰੁਪਇਆ, ਉਸ ਤੋਂ ਬਾਅਦ ਇਹਨਾਂ ਨੇ 2 ਮਹੀਨੇ ਬਾਅਦ ਵਧਾ ਕੇ 1266 ਕਰਤੀ। ਅਸੀਂ ਦਿੰਦੇ ਰਹੇ, ਚੱਲਦੀ ਰਹੀ, ਠੀਕ ਜਗ੍ਹਾ ਸਾਨੂੰ ਟਿਊਸ਼ਨ ਫੀਸ ਦਿੰਦੇ ਰਹੇ ਸੀਗੇ। ਫਿਰ ਬੱਚੇ ਸਾਡੇ ਸਿਰਫ 1 ਮਹੀਨਾ ਪੇਪਰ ਦੇਣ ਵਾਸਤੇ ਸਕੂਲ ਗਏ ਸੀਗੇ। ਇਹਨਾਂ ਨੇ ਬੱਸ ਦੀ ਬੈਨ ਦੀ ਫੀਸ ਦੀ ਸੀਗੀ, ਉਹਨਾਂ ਨੇ ਕਰਤੀ 930 ਰੁਪਇਆ, ਜਦਕਿ 830 ਰੁਪਇਆ ਸੀਗੀ। ਜੇ ਅਲੱਗ-ਅਲੱਗ ਐਡਮਿਸ਼ਨ ਫੀਸਾਂ ਲੈਂਦੇ, ਇੱਕ ਐਡਮਿਸ਼ਨ ਫਿਕਸ ਨਹੀਂ ਰੱਖੀ ਹੋਵੇਗੀ। ਇੱਕ ਹੀ ਪਿੰਡ ਵਿੱਚ ਹੈਗੇ ਆ, ਉਹਨਾਂ ਤੋਂ ਅਲੱਗ-ਅਲੱਗ ਲੈ ਰਹੇ। ਕਿਸੇ ਤੋਂ 8000 ਲਿੱਤੀ ਆ, ਕਿਸੇ ਤੋਂ 8500 ਲਿੱਤੀ ਹੈ, ਕਿਸੇ ਤੋਂ 10000 ਵੀ ਲਿੱਤੀ ਇਹਨਾਂ ਨੇ। ਦੁਕਾਨਦਾਰੀ ਚਲਾਈ ਜਾਵੇ, ਜਿੱਦਾਂ ਵੀ ਆ ਜਾ ਵੀ ਜਿਹੜਾ ਬਚ ਗਿਆ ਮਾਲ ਤੂੰ ਆ ਘੱਟ ਲੈ ਜਾ ਵੱਧ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੱਜਣ ਸਿੰਘ ਸੈਣੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਸਮਾਂ 1:30 ਵਜੇ ਦਾ ਹੋ ਚੁੱਕਾ ਹੈ, ਪੂਰੀ ਤਪਦੀ ਧੁੱਪ ਹੈ, ਦੁਪਹਿਰ ਦਾ ਸਮਾਂ ਹੈ ਤੇ ਰੋਪੜ ਦੇ ਪ੍ਰਾਈਵੇਟ ਸਕੂਲ ਦੇ ਬਾਹਰ ਮਾਪੇ ਜਿਹੜੇ ਤਪਦੀ ਧੁੱਪ ਦੇ ਵਿੱਚ ਆਪਣੇ ਹੱਕਾਂ ਦੇ ਲਈ ਨਾਅਰੇਬਾਜ਼ੀ ਕਰ ਰਹੇ ਨੇ। ਕਿਉਂਕਿ ਮਾਪਿਆਂ ਦੇ ਕੀ ਕੁਝ ਦੋਸ਼ ਨੇ, ਕਿਉਂਕਿ ਲਗਾਤਾਰ ਕਈ ਸਕੂਲਾਂ ਦੇ ਖਿਲਾਫ ਪਹਿਲਾਂ ਵੀ ਧਰਨੇ ਚੱਲ ਰਹੇ ਨੇ ਤੇ ਅੱਜ ਕਟਲੀ ਦੇ ਵਿੱਚ ਸੈਂਟ ਕਾਰਮਲ ਜਿਹੜਾ ਸਕੂਲ ਆ ਉਹਦੇ ਖਿਲਾਫ ਮਾਪੇ ਇਕੱਠੇ ਹੋਏ ਨੇ। ਗੱਲ ਕਰਦੇ ਉਹਨਾਂ ਦੇ ਕੀ ਮੰਗਾਂ ਹੈ, ਕੀ ਗੱਲਬਾਤ ਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ? ਮੇਰਾ ਨਾਮ ਸਵਾਰਜੀਤ ਸਿੰਘ ਬੋਬੀ, ਬਹਾਦਰਪੁਰ ਤੋਂ ਜੀ। ਤੇ ਇੰਨੀ ਤਪਦੀ ਧੁੱਪ ਦੇ ਵਿੱਚ ਇੱਥੇ ਸਕੂਲ ਦੇ ਬਾਹਰ ਖੜੇ ਹੋ, ਕੀ ਮਸਲਾ ਕੀ ਹੈ ਸਾਰਾ? ਮਸਲਾ ਜੀ ਦੇਖੋ, ਇਹ ਸਾਡਾ ਸਾਰਾ ਇਲਾਕਾ ਜੀ, ਕਿਸਾਨੀ ਇਲਾਕਾ ਸਾਡਾ ਜੀ ਇਹ, ਤੇ ਜ਼ਮੀਨੀ ਧੰਦੇ ਨਾਲ ਜੁੜੇ ਹੋਏ ਨੇ ਆਪਣਾ ਸਾਰੇ ਬੰਦੇ ਇਹ। ਸਾਡੀ ਇਨਕਮ ਸੋਰਸ ਜ਼ਿਆਦਾ ਹੈ ਨਹੀਂ। ਪਹਿਲਾਂ 22 ਮਾਰਚ 2020 ਨੂੰ ਲਾਕਡਾਊਨ ਲੱਗ ਰਿਹਾ ਜੀ, ਉਦੋਂ ਚਲੋ ਹਾਲਾਤ ਥੋੜ੍ਹੇ ਸੁਖਾਵੇਂ ਸੀ ਲੋਕਾਂ ਦੇ ਸਾਰਿਆਂ ਦੇ, ਉਹ ਚੱਲਿਆ ਸਭ ਨਾਲ। ਉਸ ਟਾਈਮ ਫੀਸਾਂ ਵੀ ਦਿੱਤੀਆਂ ਏ ਤੇ 70% ਫੀਸ ਲੈਣ ਦਾ ਸਾਨੂੰ ਗੌਰਮੈਂਟ ਨੇ ਪਹਿਲਾਂ ਕਿਹਾ ਸੀ, ਕੋਰਟ ਤੋਂ ਵੀ ਆਰਡਰ ਹੋਏ ਤੇ ਉਹ 70% ਉਸ ਟਾਈਮ ਦਿੱਤੀਆਂ। ਉਹ ਤੋਂ ਬਾਅਦ ਹੁਣ ਜਿਹੜੇ ਫੀਸਾਂ ਦੁਬਾਰਾ ਇਹ 100% ਮੰਗ ਰਹੇ ਆ ਜੀ, ਐਨੂਅਲ ਚਾਰਜ ਅਲੱਗ ਮੰਗ ਰਹੇ ਆ। ਉਸ ਤੋਂ ਇਲਾਵਾ ਬਿਲਡਿੰਗ ਫੰਡ, ਇਲੈਕਟ੍ਰੀਕਲ ਫੰਡ, ਹੋਰ ਕਾਫੀ ਫੰਡ ਲਗਾ ਦਿੱਤੇ ਹੋਏ ਵਿੱਚ ਇਹਨਾਂ ਨੇ ਜੀ। ਉਸ ਸੰਬੰਧ ਵਿੱਚ ਅਸੀਂ ਪ੍ਰਸ਼ਾਸਨ ਨੂੰ ਅੱਜ ਮਿਲੇ ਸੀਗੇ, ਪਹਿਲਾਂ ਵੀ ਆਏ ਸੀ ਸਕੂਲ ਅਸੀਂ 2 ਵਾਰ। ਉਸ ਟਾਈਮ ਇਹ ਗੱਲ ਮੰਨਣੀ, ਉਹਨਾਂ ਸਿੱਧਾ ਕਹਿ ਦਿੱਤਾ ਸੀ ਕਿ ਅਸੀਂ ਮਤਲਬ ਨਹੀਂ ਕੁਛ ਵੀ ਤੁਹਾਨੂੰ ਕਰਨਾ, ਅਸੀਂ ਘੱਟ ਨਹੀਂ ਕਰ ਰਹੇ ਫੀਸਾਂ ਵਗੈਰਾ। ਅੱਜ ਫਿਰ ਅਸੀਂ ਮਿਲੇ, ਇਕੱਠੇ ਹੋਏ ਸਾਰੇ ਇਲਾਕੇ ਵਾਲੇ, ਅੱਜ ਗੱਲ ਕੀਤੀ ਆ ਕਿ ਇਹਨਾਂ ਨਾਲ ਫਿਰ ਅਸੀਂ ਅੱਜ ਫਿਰ ਮਤਲਬ ਪਹਿਲਾਂ ਸਾਨੂੰ ਮਿਲਣ ਤੋਂ ਬੰਦ ਨਾ ਕਰ ਦਿੱਤੀ, ਜੰਦੇ ਲਗਾ ਲਏ, ਕੁੰਡੇ ਲਗਾ ਲਏ ਇਹਨਾਂ ਨਾਲ। ਪ੍ਰਸ਼ਾਸਨ ਇੱਥੇ ਪਹੁੰਚਿਆ, ਪੁਲਿਸ ਪ੍ਰਸ਼ਾਸਨ, ਉਹਨਾਂ ਨੇ ਆ ਕੇ ਸਾਡੀ ਗੱਲ ਕਰਵਾਈ ਆ। ਗੱਲ ਕਰਵਾਉਣ ਤੋਂ ਬਾਅਦ ਅਸੀਂ ਫਿਰ ਅੰਦਰ ਗਏ ਸੀ। ਹੁਣ 5 ਬੰਦੇ ਬੁਲਾਏ ਜਾਂਦੇ ਸਾਡੇ ਇਹਨਾਂ ਨੇ ਜੀ, ਤੇ ਅਸੀਂ 5 ਜਾ ਰਹੇ ਆ, ਅੱਗੇ ਹੀ ਉਹ 20 ਬੰਦੇ ਅੱਗੇ ਆਪ ਖੜੇ ਨੇ ਜੀ। ਉਹ ਸਾਨੂੰ ਗੱਲ ਕਰਨ ਦਿੱਤੀ ਤੇ ਫਿਰ ਸਾਨੂੰ ਨਾ ਕਰ ਦਿੱਤੀ ਨਾ, ਕਹਿੰਦੇ ਅਸੀਂ ਫੀਸਾਂ 'ਚ ਘੱਟ ਆ, ਬਿਲਕੁਲ ਮਤਲਬ ਨਹੀਂ ਅਸੀਂ ਘੱਟਾ ਕਰਨਾ ਹੈਗਾ। ਬਿਲਕੁਲ। ਕੀ ਨਾਮ ਹੈ ਜੀ? ਮੇਰਾ ਮਨਪ੍ਰੀਤ ਸਿੰਘ ਜੀ, ਸਰਪੰਚ ਖੁਆਸਪੁਰੇ ਤੋਂ ਜੀ। ਕੀ ਕਹਿਣਾ ਚਾਹੁੰਦੇ ਹੋ? ਤੇ ਅਸੀਂ ਕਹਿਣਾ ਚਾਹੁੰਦੇ ਆ ਵੀ ਹੁਣ ਸਾਰਿਆਂ ਨੂੰ ਪਤਾ ਜੀ, 1 ਸਾਲ ਤੋਂ ਕੋਵਿਡ ਦਾ ਜੋ ਹਾਲ ਆ, ਸਾਰਿਆਂ ਦੇ ਧੰਦੇ ਠੱਪ ਪਏ ਆ ਜੀ। ਜਦੋਂ ਪਹਿਲਾਂ ਲੋਕਡਾਊਨ ਲੱਗਿਆ ਤਾਂ ਉਦੋਂ ਸਾਰੇ ਕੰਮ ਕਰਦੇ ਆਉਂਦੇ ਤੇ ਉਦੋਂ ਕੁਝ ਹਾਲਾਤ ਸੁਖਾਵੇਂ ਸੀ, ਪਰ ਹੁਣ 1 ਸਾਲ ਤੋਂ ਸਾਰਿਆਂ ਦਾ, ਚਾਹੇ ਕੋਈ ਜ਼ਮੀਨੀ ਬਿਜ਼ਨਸ ਕਰਦਾ, ਕੁਝ ਵੀ ਜ਼ਮੀਨੀ ਧੰਦਾ ਕਰਦਾ, ਸਾਰਿਆਂ ਦਾ ਧੰਦਾ ਚੌਪਟ ਪਿਆ ਹੈ। ਪਰ ਸਕੂਲ ਪ੍ਰਸ਼ਾਸਨ ਮਾਪਿਆਂ ਦੇ ਨਾਲ ਸ਼ਰੇਆਮ ਧੱਕਾਸ਼ਾਹੀ ਕਰ ਰਿਹਾ ਹੈ। ਇਹ ਸਕੂਲ ਫੀਸਾਂ, ਜਦ ਕਿ ਕੋਰਟ ਵੱਲੋਂ ਵੀ ਆਇਆ ਵੀ 70% ਫੀਸ ਲੈਣੀ ਆ, ਕੱਲੀ ਟਿਊਸ਼ਨ ਫੀਸ ਲੈਣੀ ਆ, ਕੋਈ ਐਨੂਅਲ ਚਾਰਜ ਨਹੀਂ ਲੈਣੇ। ਇਹ ਕੋਈ ਐਨੂਅਲ ਚਾਰਜ ਲਾਉਣ ਦੇ, ਕਦੇ ਬਿਲਡਿੰਗ ਫੰਡ ਲਾਉਣ ਦੇ ਆ। ਅੱਜ ਇਹਨਾਂ ਨੇ ਸਾਨੂੰ ਕੋਈ ਇੱਕ ਫੇਕ ਆਰਡਰ ਵੀ ਦਿੱਤਾ ਜੀ। ਆਹ ਕਹਿੰਦੇ ਜੀ ਸੁਪਰੀਮ ਕੋਰਟ ਦਾ, ਜਦ ਕਿ ਕੋਈ ਆਰਡਰ ਨਹੀਂ ਆਇਆ। ਇਹ ਫੇਕ ਆਰਡਰ ਦੀ ਕੋਈ ਆਨਲਾਈਨ ਇਹਨਾਂ ਨੇ ਕਾਪੀ ਕੱਢ ਕੇ ਦਿੱਤੀ ਆ। ਅਸੀਂ ਆਨਲਾਈਨ ਵੀ ਚੈੱਕ ਕੀਤਾ, ਸੁਪਰੀਮ ਕੋਰਟ ਦਾ ਕੋਈ ਆਰਡਰ ਨਹੀਂ 100% ਫੀਸ ਦਾ। ਇਹਨਾਂ ਨੇ ਸਾਨੂੰ ਇਹ ਫੇਕ ਆਰਡਰ ਦੀ ਕਾਪੀ ਦਿੱਤੀ ਆ। ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਵੀ ਇਹੋ ਜਿਹੇ ਸਕੂਲਾਂ ਖਿਲਾਫ ਕਾਰਵਾਈ ਕੀਤੀ ਜਾਵੇ
ਤੇ ਮਾਪਿਆਂ ਨੂੰ ਰਿਲੀਫ ਦਿੱਤੀ ਜਾਵੇ। ਕੋਵਿਡ ਕਰਕੇ ਇੰਨੀ ਫੀਸ ਅਸੀਂ ਨਹੀਂ ਦੇ ਸਕਦੇ ਜੀ। ਬਿਲਕੁਲ ਜੀ। ਕੀ ਨਾਮ ਹੈ ਜੀ? ਕਿੱਕਰ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਹੋ? ਤਪਦੀ ਧੁੱਪ ਦੇ ਵਿੱਚ ਅੱਜ ਖੜੇ ਹੋ, ਬੱਚੇ ਪੜ੍ਹਾਉਣ ਦੇ ਲਈ ਤੁਸੀਂ ਲਾਏ ਸੀ ਸਕੂਲ ਦੇ ਵਿੱਚ, ਪਰ ਅੱਜ ਧਰਨੇ ਦੇਣੇ ਪੈ ਰਹੇ ਆ। ਅਸੀਂ ਤਾਂ ਆਹੀ ਕਹਿਣਾ ਚਾਹੁੰਦੇ ਜੀ, ਸਾਡੇ ਬੱਚਿਆਂ ਦੀ ਫੀਸ ਜਿਹੜੀ ਲੈਂਦੇ ਆ ਜੀ, ਇਹ ਫ੍ਰੀ ਹੋਣੀ ਚਾਹੀਦੀ ਹੈ ਜੀ। ਜਿੰਨੀ ਫੀਸ ਲੈਂਦੇ ਉਨੀ ਉਸ ਸਾਡੇ ਖਰਚਿਆਂ ਤੋਂ ਵੱਧ ਆ ਜੀ ਉਹ, ਮਤਲਬ ਅਸੀਂ ਇੰਨੀ ਫੀਸ ਦੇ ਨਹੀਂ ਸਕਦੇ ਜੀ। ਤੇ ਹੋਰ ਕੀ ਮਸਲੇ ਇਸ ਤੋਂ ਇਲਾਵਾ, ਫੀਸ ਤੋਂ ਇਲਾਵਾ? ਵਰਦੀਆਂ ਦੀ ਗੱਲ ਹੋ ਰਹੀ ਸੀ, ਆਨਲਾਈਨ ਕਲਾਸਾਂ ਨੂੰ ਲੈ ਕੇ, ਕਿਤਾਬਾਂ ਦੀ ਕਿਸ ਤਰ੍ਹਾਂ ਹੈਗਾ? ਹਾਂਜੀ, ਮੈਂ ਸੁਰਿੰਦਰ ਸਿੰਘ ਚੱਕ ਢੇਰਾ। ਸਾਡੇ ਇੱਥੇ ਬੱਚੇ ਪੜ੍ਹਦੇ ਆ ਕਾਫੀ ਲੰਬੇ ਸਮੇਂ ਤੋਂ, ਤੇ ਅੱਜ ਮੈਂ ਇਕੱਲਾ ਹੀ ਨਹੀਂ, 400-500 ਜਿਹੜੇ ਪੇਰੈਂਟਸ ਆ ਉਹ ਦੁਖੀ ਹੋ ਕੇ, ਅੱਤ ਦੇ ਦੁਖੀ ਹੋ ਕੇ, ਜਦੋਂ ਫੀਸਾਂ ਦੇ ਵਿੱਚ ਬੇਤਹਾਸ਼ਾ ਵਾਧਾ ਕੀਤਾ ਇਸ ਲੋਕਡਾਊਨ ਦੇ ਵਿੱਚ, ਜਦੋਂ ਸਾਨੂੰ ਰੋਟੀ ਤੇ ਮੁਹਤਾਜ ਹੋਣਾ ਪੈ ਰਿਹਾ, ਔਰ ਉਸ ਦੇ ਵਿਰੁੱਧ ਅਸੀਂ ਇਕੱਤਰ ਹੋਏ। ਅੱਜ ਲਾਮਬੰਦ ਹੋਏ ਆ। ਪਹਿਲਾਂ 2 ਮੀਟਿੰਗਾਂ ਹੋ ਚੁੱਕੀਆਂ ਸਦਭਾਵਨਾ ਮੈਡਮ ਦੇ ਨਾਲ, ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ। ਅੱਜ ਅਸੀਂ ਪੂਰਾ ਪ੍ਰੋਗਰਾਮ ਬਣਾ ਕੇ ਇਹਨਾਂ ਨੂੰ ਸੰਕੇਤਕ ਧਰਨਾ ਦਿੱਤਾ ਏ। ਸਵੇਰੇ ਇਹਨਾਂ ਨੇ 9 ਵਜੇ ਤੋਂ ਗੇਟ ਨਹੀਂ ਖੋਲ੍ਹਿਆ। ਸਿਰਫ ਪੁਲਿਸ ਪ੍ਰਸ਼ਾਸਨ ਨੇ ਆ ਕੇ ਬੇਨਤੀ ਕੀਤੀ ਆ ਵੀ ਹਾਲਾਤ ਵਿਗੜ ਸਕਦੇ ਆ, ਮੈਡਮ ਇਹਨਾਂ ਦੀ ਗੱਲ ਸੁਣੋ, ਤਾਂ ਉਹ ਅੰਦਰੋਂ ਆਏ ਆ। ਨਹੀਂ ਤਾਂ ਉਹ ਪ੍ਰੀਖਿਆ ਦਾ ਬਹਾਨਾ ਲਾ ਕੇ ਪ੍ਰਿੰਸੀਪਲ ਮੈਡਮ ਅੰਦਰ ਬੈਠੇ ਸੀ, ਤੇ ਉਹ ਤੋਂ ਫੀਸਾਂ ਦੇ ਕੱਲੀਆਂ ਫੀਸਾਂ ਹੀ ਵਾਧਾ ਨਹੀਂ ਆ, ਅਸੀਂ ਟਿਊਸ਼ਨ ਫੀਸ ਦੇਣ ਲਈ ਤਿਆਰ ਹੈ, ਪਰ ਜਿਹੜੇ ਅਦਰਸ ਫੰਡ ਆ ਐਨੂਅਲ ਚਾਰਜ ਦੇ ਨਾਮ ਤੇ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ, ਉਹ ਅਸੀਂ ਦੇਣ ਤੋਂ ਅਸਮਰੱਥ ਆ। ਉਸ ਤੋਂ ਇਲਾਵਾ ਜੇ ਅਸੀਂ ਹੋਰ ਰਿਕਾਰਡ ਇਹਨਾਂ ਦਾ ਖੰਗਾਲਣ ਪਰ ਆ ਜਾਈਏ ਤਾਂ ਜਿਹੜੇ CBSE ਦੇ ਨਿਯਮ ਆ, ਰੂਲਸ ਆ, ਉਹਦੇ ਅਨੁਸਾਰ ਜਿਹੜੀਆਂ ਸਿਰਫ NCERT ਦੀਆਂ ਬੁੱਕਸ ਹੀ ਬੱਚਿਆਂ ਨੂੰ ਅਲਾਓ ਆ, ਨਾ ਕਿ ਜਿਹੜੀਆਂ ਮੋਟੀ ਕਮਾਈ ਵਾਲੀਆਂ ਨਿੱਜੀ ਪਬਲਿਸ਼ਰਸ ਵਾਲੀਆਂ ਕਿਤਾਬਾਂ ਇਹ ਪ੍ਰੋਵਾਈਡ ਕਰਦੇ ਆ। ਮੋਟਾ ਕਮਿਸ਼ਨ ਆ ਇਹਨਾਂ ਦੇ ਵਿੱਚ, ਉਹ ਲਾਉਣੀਆਂ ਜਿਹੜੀਆਂ ਅਲਾਓ ਨਹੀਂ ਹੈਗੀਆਂ। ਉਸ ਤੋਂ ਇਲਾਵਾ ਟਰਾਂਸਪੋਰਟ ਦੇ ਲੱਕ ਤੋੜੇ ਪਏ ਆ। ਟਰਾਂਸਪੋਰਟ ਦੀ ਫੀਸ ਆ ਜਿਹੜੀ, ਉਹ ਵੀ ਬੇਤਹਾਸ਼ਾ ਆਪਣੀ ਮਰਜ਼ੀ ਦੇ ਨਾਲ ਵਧਾਉਂਦੇ ਆ। ਸੋ ਕੁੱਲ ਮਿਲਾ ਕੇ ਇਹ ਸਕੂਲ ਮਨਮਾਨੀਆਂ ਕਰ ਰਿਹਾ ਹੈ। ਅਗਰ ਇਹ ਹੁਣ ਅਸੀਂ ਇਹਨਾਂ ਨੂੰ ਨਾ ਡੱਕਿਆ, ਨਾ ਇਹਨਾਂ ਦੇ ਇਸ ਵਗਦੇ ਫੀਸਾਂ ਦੇ ਦਰਿਆ ਨੂੰ ਠੱਲ ਪਾਈ, ਤਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਕਚੂਮਰ ਕੱਢਣਗੇ। ਸੋ ਸਾਰੇ ਮਾਪੇ ਆ ਜਿਹੜੇ, ਹੁਣ ਅਸੀਂ ਇਹਨਾਂ ਨੂੰ ਲਿਖਤੀ ਮੈਮੋਰੰਡਮ ਵੀ ਦਿੱਤਾ ਹੈ ਇਹਨਾਂ ਦੇ ਕਹਿਣ ਦੇ ਅਨੁਸਾਰ, ਵੀ ਕੋਈ ਇਹ ਕਹਿੰਦੇ ਵੀ ਤੁਸੀਂ ਪ੍ਰੂਫ ਲਿਆਓ ਵੀ ਸਾਡੇ ਕੋਲ ਕੋਈ ਕੀ ਤੁਹਾਡੀ ਮੰਗ ਆ। ਉਹੀ ਅਸੀਂ ਹੁਣ ਲਿਖਤੀ ਮੈਮੋਰੰਡਮ DC ਮੈਡਮ ਨੂੰ ਵੀ ਦੇਣ ਜਾ ਰਹੇ ਆ। ਅਗਰ ਉਹਨਾਂ ਨੇ ਸਾਡੀ ਗੱਲ ਨਾ ਸੁਣੀ ਤਾਂ ਇੱਥੇ ਜਿਹੜਾ ਪਰਮਾਨੈਂਟ ਪੱਕਾ ਧਰਨਾ ਲਗਾਇਆ ਜਾਵੇਗਾ। ਨਾ ਇਹਨਾਂ ਦੀ ਸਕੂਲ 'ਚ ਅਸੀਂ ਐਂਟਰੀ ਹੋਣ ਦੇਣੀ, ਨਾ ਇਹਨਾਂ ਨੂੰ ਬਾਹਰ ਨਿਕਲਣ ਦੇਣਾ, ਕਿਉਂਕਿ ਇਹ ਪੇਰੈਂਟਸ ਆ ਜਿਹੜੇ ਲਗਭਗ 1200 ਬੱਚੇ ਦੇ, ਸਾਰੇ ਹੀ ਆਉਣ ਦੇ ਸਮਰੱਥ ਆ ਔਰ ਸਾਰੇ ਹੀ ਆਉਣਗੇ। ਔਰ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਧਰਨਾ ਜਿਹੜਾ ਅਸੀਂ ਲਗਾਤਾਰ ਜਾਰੀ ਰੱਖਾਂਗੇ। ਸਰਕਾਰ ਦਾ ਰੂਲ ਆ ਵੀ ਕੋਈ ਵੀ ਸਕੂਲ ਜਿਹੜਾ ਹੈਗਾ, ਸਕੂਲ ਤੋਂ ਕਿਤਾਬਾਂ ਜਬਰਨ ਜਿਹੜੀ ਖਰੀਦਣ ਵਾਸਤੇ ਜਾਂ ਵਰਦੀਆਂ ਖਰੀਦਣ ਵਾਸਤੇ ਦਬਾਅ ਨਹੀਂ ਪਾ ਸਕਦਾ, ਉਹ ਗਲਤ ਆ। ਇਹ ਸਕੂਲ ਤਾਂ ਨਹੀਂ ਇੱਦਾਂ ਕਰਦਾ ਕੁਛ? ਇਹ ਵੀ ਕਰ ਰਿਹਾ ਜੀ। ਇਹਨਾਂ ਨੂੰ ਇਹ ਪਹਿਲਾਂ ਸਮੇਂ ਦੇ ਵਿੱਚ ਕਿਤਾਬਾਂ ਇੱਥੋਂ ਦਿੰਦੇ ਸੀ, ਜਦੋਂ ਅਸੀਂ ਮੌਜੂਦਾ ਸਮੇਂ ਦੀ ਗੱਲ ਕਰਦੇ ਹਾਂ। ਹੁਣ ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਵੀ ਆਏ, ਉਹੀ ਮਤਲਬ ਬੰਦੇ ਉੱਥੇ ਇਹਨਾਂ ਦੇ ਹੀ ਬੈਠੇ ਆ ਦੁਕਾਨਾਂ ਦੇ ਉੱਤੇ ਵੇਚਣ ਲਈ। ਸਾਰੀਆਂ ਦੁਕਾਨਾਂ ਤੇ ਨਹੀਂ ਮਿਲਦੀਆਂ, ਫਿਕਸ ਕੀਤੀ ਹੋਈ ਦੁਕਾਨ ਇੱਕ ਫਿਕਸ ਕੀਤੀਆਂ ਹੋਈਆਂ 2-3 ਦੁਕਾਨਾਂ, ਸਿਰਫ 2 ਜਾਂ 3 ਇਹਨਾਂ ਦੇ। ਜਿਹੜੀ ਮਾਲਕਪੁਰ ਦੁਕਾਨ ਇਹਨਾਂ ਦਾ, ਉੱਥੇ ਆਪਣਾ ਸਟਾਫ ਬੈਠਾ ਏ। ਬੜੀ ਹੈਰਾਨੀ ਦੀ ਗੱਲ ਹੁੰਦੀ ਆ, ਇਹ ਕਹਿੰਦੇ ਮਾਲਕਪੁਰ ਦੁਕਾਨ ਖੁੱਲ੍ਹ ਗਈ, ਉੱਥੋਂ ਕਿਤਾਬਾਂ ਲੈ ਆਓ। ਜਦੋਂ ਅਸੀਂ ਜਾਂਦੇ ਆ ਦੇਖਦੇ ਆ ਤੇ ਉੱਥੇ ਇਹਨਾਂ ਦੇ ਟੀਚਰਸ ਕਿਤਾਬਾਂ ਵੇਚਦੇ ਆ। ਤੇ ਹੁਣ ਇਹਨਾਂ ਦਾ ਇੱਕ ਹੋਰ ਨਾਦਰਸ਼ਾਹੀ ਫਰਮਾਨ ਆਇਆ ਵੀ ਜਿਹੜੀ ਘਰਾਂ ਬੱਚੇ ਨੇ ਆਨਲਾਈਨ ਕਲਾਸ ਲਾਉਣੀ ਆ, ਉਹ ਪ੍ਰੋਪਰ ਵਰਦੀ ਦੇ ਵਿੱਚ ਟਾਈ ਵਗੈਰਾ ਮਾਸਕ ਲਾ ਕੇ ਡਰੈਸ ਪਾ ਕੇ, ਉਹ ਕਹਿਣ ਦਾ ਮਤਲਬ ਵੀ ਉਹਨਾਂ ਦੀਆਂ ਡਰੈਸਾਂ ਵੀ ਵਿਕਾਉਣੀਆਂ ਇਹਨਾਂ ਨੇ, ਉੱਥੋਂ ਵੀ ਮੋਟਾ ਕਮਿਸ਼ਨ ਆਉਣਾ ਹੈ। ਉਹ ਵੀ ਇੱਕ ਪ੍ਰੋਪਰ ਦੁਕਾਨ ਦੱਸੀ ਹੋਈ ਆ, 1-2 ਵੀ ਇੱਥੋਂ ਹੀ ਲੈਣੀਆਂ, ਹੋਰ ਪਾਸੇ ਤੋਂ ਲੈਣੀਆਂ ਨਹੀਂ ਹੈ। ਤਾਂ ਬਿਲਕੁਲ ਮਹਿਲਾਵਾਂ ਵੀ ਖੜੀਆਂ, ਨਾਲ ਵੀ ਗੱਲ ਕਰ ਲੈਂਦੇ ਕੁਝ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ? ਸ਼ਰਨਜੀਤ ਕੌਰ ਜੀ। ਬੜੀ ਚਾਹੁੰਦੇ ਹੋ ਕੰਮਕਾਰ ਛੱਡ ਕੇ ਅੱਜ ਇਹ ਧਰਨੇ ਦੇਣੇ ਪੈ ਰਹੇ ਅੱਜ ਧੁੱਪ ਦੇ ਵਿੱਚ? ਸਰ ਇਹਨਾਂ ਨੇ ਫੀਸਾਂ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ, ਫੀਸਾਂ ਲਗਾਤਾਰ ਨਹੀਂ ਵਧਾਉਂਦੇ। ਇਹ 2 ਮਹੀਨੇ ਕੁਝ ਫੀਸ ਰੱਖਦੇ, 2 ਮਹੀਨੇ ਬਾਅਦ 'ਚ ਵਧਾ ਦਿੰਦੇ। ਪਹਿਲਾਂ ਇਹਨਾਂ ਨੇ ਰੱਖੀ ਸੀ 5th ਕਲਾਸ ਵਿੱਚ 1204 ਰੁਪਇਆ, ਉਸ ਤੋਂ ਬਾਅਦ ਇਹਨਾਂ ਨੇ 2 ਮਹੀਨੇ ਬਾਅਦ ਵਧਾ ਕੇ 1266 ਕਰਤੀ। ਅਸੀਂ ਦਿੰਦੇ ਰਹੇ, ਚੱਲਦੀ ਰਹੀ, ਠੀਕ ਜਗੀ ਸਾਨੂੰ ਟਿਊਸ਼ਨ ਫੀਸ ਦਿੰਦੇ ਰਹੇ ਸੀਗੇ। ਫਿਰ ਬੱਚੇ ਸਾਡੇ ਸਿਰਫ 1 ਮਹੀਨਾ ਪੇਪਰ ਦੇਣ ਵਾਸਤੇ ਸਕੂਲ ਗਏ ਸੀਗੇ। ਇਹਨਾਂ ਨੇ ਬੱਸ ਦੀ ਬੈਨ ਦੀ ਫੀਸ ਦੀ ਸੀਗੀ, ਉਹਨਾਂ ਨੇ ਕਰਤੀ 930 ਰੁਪਇਆ, ਜਦਕਿ 830 ਰੁਪਇਆ ਸੀਗੀ। ਇਹਨਾਂ ਨੇ 1 ਮਹੀਨੇ ਦੇ ਬਜਾਏ 3 ਮਹੀਨੇ ਦੀ ਫੀਸ ਸਾਡੇ ਤੋਂ ਮੰਗੀ। ਅਸੀਂ ਸਿਰਫ 1 ਮਹੀਨੇ ਦੀ ਫੀਸ ਦਿੱਤੀ, ਇਹਨਾਂ ਨੇ ਸਾਨੂੰ ਰਿਜ਼ਲਟ ਦੇਣ ਤੋਂ ਨਾ ਕਰਤੀ। ਇਹ ਕਹਿੰਦੇ ਪਹਿਲਾਂ ਸਾਨੂੰ ਪੂਰੀ ਫੀਸ ਦਿਓ, ਸਾਨੂੰ 3 ਮਹੀਨੇ ਦੀ, ਉਸ ਤੋਂ ਬਾਅਦ ਰਿਜ਼ਲਟ ਦੇਵਾਂਗੇ ਤੁਹਾਨੂੰ। ਤੇ ਹੁਣ ਉਸ ਤੋਂ ਬਾਅਦ ਹੁਣ ਜਦ ਨਵੀਆਂ ਕਲਾਸਾਂ ਸ਼ੁਰੂ ਹੋ ਗਈਆਂ, ਫਿਰ ਇਹਨਾਂ ਸਾਨੂੰ ਬੁੱਕਸ ਲਈ ਜ਼ੋਰ ਪਾਇਆ ਕਿ ਪਹਿਲਾਂ ਬੁੱਕਸ ਲੈ ਕੇ ਆਓ ਬੱਚਿਆਂ ਦੀ, ਕਿਉਂਕਿ ਬੱਚਿਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈ ਰਿਹਾ ਹੈ। ਅਸੀਂ ਬੁੱਕਸ ਲੈਣ ਵਾਸਤੇ ਗਏ, ਇਹਨਾਂ ਨੇ ਪਹਿਲਾਂ ਕਿਹਾ ਕਿ ਬੁੱਕਸ ਚੇਂਜ ਨਹੀਂ ਹੋਣੀਆਂ ਹੈਗੀਆਂ, ਤੁਸੀਂ ਪੁਰਾਣੀਆਂ ਹੀ ਲੈ ਲਓ। ਜੇ ਅਸੀਂ ਪੁਰਾਣੀਆਂ ਲੈ ਲਈਆਂ, ਉਸ ਤੋਂ ਬਾਅਦ ਇਹਨਾਂ ਨੇ ਬੁੱਕਸਾਂ ਚੇਂਜ ਕਰਤੀਆਂ ਅਚਾਨਕ।
ਬੁੱਕਸਾਂ ਚੇਂਜ ਕਰਨ ਤੋਂ ਬਾਅਦ ਇਹਨਾਂ ਨੇ ਅਸੀਂ ਬੁੱਕਸਾਂ ਲੈ ਲਈਆਂ। ਹੁਣ ਸਾਨੂੰ ਫੀਸਾਂ ਬਾਰੇ ਜ਼ੋਰ ਪਾ ਰਹੇ ਆ ਕਿ ਬੱਚਿਆਂ ਨੂੰ ਰਿਮੂਵ ਕਰ ਦਿੱਤਾ ਜਾਊਗਾ ਜੇ ਤੁਸੀਂ ਬੱਚਿਆਂ ਦੀ ਫੀਸਾਂ ਨਹੀਂ ਉਤਾਰੀਆਂ ਹੈਗੀਆਂ। ਇਸ ਕਰਕੇ ਹੁਣ ਬੱਚਿਆਂ ਨੂੰ ਯੂਨੀਫਾਰਮ ਵੀ ਕਹੇ ਜਾ ਰਹੀ ਆ। ਬੱਚਿਆਂ ਨੂੰ 8 ਵਜੇ ਤੱਕ ਕਲਾਸਾਂ ਬਿਠਾ ਦਿੰਦੇ ਆ, ਕੋਈ ਟਾਈਮਿੰਗ ਨਹੀਂ ਇਹਨਾਂ ਦੀ ਹੈਗੀ। ਇਹਨਾਂ ਨੇ ਅੱਧਾ ਘੰਟਾ ਕਲਾਸ ਲਾਣੀ, ਉਸ ਤੋਂ ਬਾਅਦ ਇਹਨਾਂ ਨੇ 2 ਘੰਟੇ ਦੀ ਬ੍ਰੇਕ ਪਾ ਦੇਣੀ। ਬੱਚਿਆਂ ਦੀ ਕਲਾਸਾਂ ਦੋਨੇ ਹੋ ਜਾਂਦੀਆਂ, ਦੋਨੇ ਇਕੱਠੀਆਂ ਹੋ ਜਾਂਦੀਆਂ ਬੱਚਿਆਂ ਦੀ ਕਲਾਸਾਂ। ਉਹਨਾਂ ਵਾਸਤੇ ਵੀ ਕੁਝ ਨਹੀਂ ਕਰ ਰਹੇ ਹੈਗੇ। ਸਾਨੂੰ ਕਹਿ ਰਹੇ 15-15 ਮਿੰਟ ਕਲਾਸਾਂ ਲਾਓ ਬੱਚਿਆਂ ਨੂੰ। ਆਨਲਾਈਨ ਟਾਈਮ ਜਿਹੜਾ ਕਿੰਨੇ ਘੰਟੇ ਪੜਾਇਆ ਜਾਂਦਾ ਆਨਲਾਈਨ? ਸਾਰੇ 40 ਮਿੰਟ ਦੀ ਕਲਾਸਾਂ ਲਗਾਉਂਦੇ ਆ, ਉਹਦੇ ਵਿੱਚ ਨਾ 10-15 ਮਿੰਟ ਅਟੈਂਡੈਂਸ ਵਿੱਚ ਵੇਸਟ ਕਰ ਦਿੰਦੇ ਆ ਜੀ। ਤੇ 40 ਮਿੰਟ ਦੀ ਕਿੰਨੀਆਂ ਸਾਰੀਆਂ ਕਲਾਸਾਂ ਲੱਗਦੀਆਂ ਪੂਰਾ ਟਾਈਮ ਸ਼ਾਮ? ਨਹੀਂ ਸਰ, 3 ਕਲਾਸਾਂ ਜਾਂ 4 ਕਲਾਸਾਂ ਲੱਗਦੀਆਂ ਬਸ। 2 ਜਾਂ 3? ਹਾਂਜੀ 3। ਮੇਰਾ ਬੱਚਾ 6th ਕਲਾਸ 'ਚ ਪੜ੍ਹਦਾ ਜੀ, ਉਹਦੀਆਂ 3 ਕਲਾਸਾਂ ਲੱਗਦੀਆਂ। ਕਈ ਵਾਰ ਹੀ 4 ਕਲਾਸਾਂ ਲੱਗਦੀਆਂ, ਨਹੀਂ ਤਾਂ ਵੈਸੇ ਕਹਿ ਦਿੰਦੇ ਆ ਵੀ ਨੈਟ ਦੀ ਪ੍ਰੋਬਲਮ ਆਈ, ਕਲਾਸ ਨਹੀਂ ਲੱਗੂਗੀ, ਕੱਲ ਨੂੰ ਕਲਾਸ ਲੱਗੂਗੀ ਜੀ। ਆਪਣੀ ਸਕੂਲ ਦੇ ਵਿੱਚ ਪੂਰੀਆਂ ਕਲਾਸਾਂ ਲੱਗਦੀਆਂ ਸੀ ਉਸ ਤਰ੍ਹਾਂ ਨਹੀਂ ਪੂਰਾ ਆਨਲਾਈਨ? ਨਹੀਂ ਸਰ, ਉਹਦਾ ਨਹੀਂ ਪੜਾਇਆ ਜਾ ਰਿਹਾ ਹੈਗਾ। ਕਈ ਵਾਰ ਟੀਚਰਸ ਖੁਦ ਉੱਠ ਕੇ ਚਲੇ ਜਾਂਦੇ ਆ ਜੀ ਕਲਾਸਰੂਮ 'ਚ, ਦੇ ਆਪਣਾ ਕੈਮਰਾ ਬੰਦ ਕਰ ਦਿੰਦੇ ਆ। ਇਹ ਬੱਚਿਆਂ ਨੂੰ ਕਹਿ ਦਿੰਦੇ ਵੀ ਤੁਸੀਂ ਇਹਨੂੰ ਆਪਣਾ ਪੜ੍ਹੋ ਬੈਠ ਕੇ, ਤੇ ਆਪਣੀ ਕਲਾਸ ਛੱਡ ਕੇ ਚਲੇ ਜਾਂਦੇ ਆ ਜੀ। ਸਮਝ ਆਉਂਦਾ ਕੁਛ ਵੈਸੇ ਬੱਚਿਆਂ ਨੂੰ? ਸਰ ਉੱਦਾਂ ਤਾਂ ਨਹੀਂ ਸਮਝ ਆ ਰਿਹਾ, ਜਿਵੇਂ ਬੱਚਿਆਂ ਨੂੰ ਕਲਾਸ ਵਿੱਚ ਪੜਾਇਆ ਜਾ ਰਿਹਾ ਸੀਗਾ, ਫੇਸ ਟੂ ਫੇਸ ਗੱਲ ਹੁੰਦੀ ਸੀ, ਸਮਝਾਉਂਦੇ ਸੀਗੇ। ਆਪਣੀ ਮਿਹਨਤ ਅਸੀਂ ਖੁਦ ਬੱਚਿਆਂ ਨੂੰ ਪੜ੍ਹਾਉਂਦੇ ਪਏ ਆ, ਅਸੀਂ ਆਪਣੇ ਘਰ ਦਾ ਕੰਮ ਦੇਖਦੇ ਪਏ, ਬੱਚਿਆਂ ਨੂੰ ਵੀ ਪੜ੍ਹਾਉਂਦੇ ਪਏ। ਸਾਡੀ ਮਿਹਨਤ ਨਾਲ ਬੱਚੇ ਪੜ੍ਹ ਰਹੇ ਆ, ਟੀਚਰਸ ਦਾ ਕੋਈ ਸਹਿਯੋਗ ਨਹੀਂ ਹੈਗਾ ਇਹਦੇ ਵਿੱਚ ਜੀ। ਅੱਛਾ ਸਰ, ਇੱਥੇ 2-3 ਲੇਡੀਜ਼ ਸਵੇਰੇ ਬੈਠੀਆਂ ਹੋਈਆਂ ਸੀ, ਉਹ ਗੱਲ ਕਰ ਰਹੀਆਂ ਸੀ ਫਸਟ ਕਲਾਸ ਦੀਆਂ 3 ਲੇਡੀਜ਼ ਬੈਠੀਆਂ, ਤਿੰਨਾਂ ਦੇ ਬੱਚਿਆਂ ਦੀ ਸੇਮ ਸੈਕਸ਼ਨ ਸੇਮ ਸਕੂਲ, ਅਲੱਗ-ਅਲੱਗ ਫੀਸ, ਕਿਸੇ ਦੀ 1740, ਕਿਸੇ ਦੀ 1790, ਕਿਸੇ ਦੀ 1769 ਰੁਪਏ। ਇੱਕ ਕਲਾਸ ਦੀ ਸੇਮ ਸੈਕਸ਼ਨ ਏ ਸੈਕਸ਼ਨ ਇੱਥੇ ਫਸਟ ਕਲਾਸ ਦਾ ਅਲੱਗ-ਅਲੱਗ ਫੀਸ। ਤਿੰਨਾਂ ਦੇ ਬੱਚੇ ਨੂੰ ਅਲੱਗ-ਅਲੱਗ ਪੇਰੈਂਟਸ ਨੂੰ ਸਪੈਸ਼ਲੀ ਕਾਲ ਕਰਕੇ ਅਲੱਗ-ਅਲੱਗ ਫੀਸ ਦੱਸੀ ਹੋਈ ਹੈ ਇਹਨਾਂ ਨੇ। ਕੀ ਡਿਮਾਂਡ ਕੀ ਕਰਦੇ ਹੋ ਤੁਸੀਂ? ਸਰ ਇਹਨਾਂ ਨੂੰ ਫੀਸ ਆਪਣੀ ਜਾਇਜ਼ ਲੈਣੀ ਚਾਹੀਦੀ ਹੈ, ਆਪਣੀ ਟਿਊਸ਼ਨ ਫੀਸ ਲੈਣ। ਹਾਂਜੀ ਸਰ, ਜਿੰਨੀ ਜਾਇਜ਼ ਬਣਦੀ ਉਨੀ ਲੈਣ। ਸਰ ਨਰਸਰੀ 'ਚ ਬੇਟੀ ਪਾਈ ਆ, 1618 ਰੁਪਏ ਫੀਸ ਮੰਗ ਰਹੇ ਔਰ 1630 ਰੁਪਏ ਸਟੇਸ਼ਨਰੀ ਦਾ ਸਮਾਨ। ਅਸੀਂ ਮੈਂ ਕਿਹਾ ਸਟੇਸ਼ਨਰੀ ਨਹੀਂ ਲੈਣੀ, ਸਾਨੂੰ ਨਹੀਂ ਜ਼ਰੂਰਤ ਜਦ ਬੱਚਾ ਸਕੂਲ ਨਹੀਂ ਆ ਰਿਹਾ, ਪਰ ਇਹ ਕਹਿੰਦੇ ਸਟੇਸ਼ਨਰੀ ਲੈਣੀ ਹੀ ਪੈਣੀ ਆ, ਲੈ ਕੇ ਜਾਓ ਜ਼ਬਰਦਸਤੀ ਕਰ ਰਹੇ। ਮੈਂ ਨਹੀਂ ਲੈ ਕੇ ਗਈ। ਮੈਂ ਕਾਫੀ ਐਡਮਿਸ਼ਨ ਫੀਸ ਸਰ ਇਹਨਾਂ ਨੇ ਮੇਰੇ ਕੋਲੋਂ 10,500 ਲਈ। ਔਰ ਨੈਕਸਟ ਡੇ ਸਾਡੇ ਗਵਾਂਢੀਆਂ ਦੇ ਘਰ ਆਏ ਸਵੇਰੇ ਬੰਦਨਾ ਮੈਡਮ ਉਹਨਾਂ ਨੂੰ ਕਹਿੰਦੇ 8500 ਰੁਪਇਆ ਦੇ ਦਿਓ ਤੁਸੀਂ, ਬਟ ਉਹਨਾਂ ਤੋਂ ਅਸੀਂ 10.5 ਲਈ, ਉਹਨਾਂ ਨੂੰ ਦੱਸਿਓ ਨਾ। ਇਹਨਾਂ ਨੇ ਇਸ ਤਰ੍ਹਾਂ ਦਾ ਕੀਤਾ। ਤੇ ਫਿਰ ਸਰ ਉਸ ਤੋਂ ਬਾਅਦ ਸਰ 15 ਫਿਰ ਆਏ, ਉਹਨਾਂ ਨੇ ਆਪਣੀ ਬੇਟੀ ਲਗਾਈ ਨਹੀਂ ਇੱਥੇ, ਉਹਨਾਂ ਕੋਲ ਫਿਰ ਆਏ, ਕਹਿੰਦੇ ਤੁਸੀਂ ਆਪਣੀ ਬੇਟੀ ਦਾ ਨਾਮ ਇੱਥੇ ਦਾਖਲ ਕਰਾ ਦਿਓ, ਸਾਡੇ ਕੋਲ ਐਡਮਿਸ਼ਨ ਫੀਸ ਬਣਾ ਦਿਓ, ਫੀਸ ਦੇਈ ਜਾਓ ਬਸ। ਸਰ ਇਹ ਕਿਹੜਾ ਰੂਲ ਹੋਇਆ ਵੀ ਕਿਸੇ ਕੋਲ 10,500, ਕਿਸੇ ਕੋਲ 8500, ਕਿਸੇ ਕੋਲ ਕੁਝ ਵੀ ਨਹੀਂ? ਇਹ ਕਿਹੜਾ ਰੂਲ ਆ ਜੀ? ਅਲੱਗ-ਅਲੱਗ ਐਡਮਿਸ਼ਨ ਫੀਸ ਲੈਂਦੇ, ਇੱਕ ਐਡਮਿਸ਼ਨ ਫਿਕਸ ਨਹੀਂ ਰੱਖੀ ਹੋਏਗੀ। ਇੱਕ ਹੀ ਪਿੰਡ ਵਿੱਚ ਹੈਗੇ ਆ, ਉਹਨਾਂ ਤੋਂ ਅਲੱਗ-ਅਲੱਗ ਲੈ ਰਹੇ। ਕਿਸੇ ਤੋਂ 8000 ਲਿੱਤੀ ਆ, ਕਿਸੇ ਤੋਂ 8500 ਲਿੱਤੀ ਆ, ਕਿਸੇ ਤੋਂ 10,000 ਵੀ ਲਿੱਤੀ ਇਹਨਾਂ ਨੇ। ਦੁਕਾਨਦਾਰੀ ਚਲਾਈ ਜਾਂਦੀ, ਜਦੋਂ ਵੀ ਆ ਜਾ ਵੀ ਜਿਹੜਾ ਬਚ ਗਿਆ ਮਾਲ ਤੂੰ ਆ ਘੱਟ ਲੈ ਜਾ। ਜਿਵੇਂ ਹੁਣ ਸਾਡੇ 2 ਬੱਚੇ ਪੜ੍ਹਦੇ ਆ, ਅਸੀਂ ਇਹਨਾਂ ਨੂੰ ਕਹਿੰਦੇ ਵੀ ਸਾਨੂੰ ਕੁਝ ਰਿਆਇਤਾਂ ਕਰੋ, ਸਾਡੇ 2 ਬੱਚੇ ਪੜ੍ਹ ਰਹੇ, ਇੱਕ ਬੱਚੇ ਦੀ ਫੀਸ ਘੱਟ ਕਰੋ। ਫਿਰ ਇਹ ਕਹਿ ਦਿੰਦੇ ਆ ਵੀ ਤੁਹਾਡੀ ਐਡਮਿਸ਼ਨ ਵੀ ਥੋੜਾ ਘੱਟ ਕਰ ਦਿੰਦੇ ਆ, ਵੀ ਜਿਹੜੀ ਸਾਡੀ ਫੀਸ ਜਾ ਰਹੀ ਮੰਥਲੀ ਉਹ 'ਚ ਕੁਝ ਨਹੀਂ ਘੱਟ ਹੋਣਾ, ਇੱਦਾਂ ਹੀ ਚੱਲਣਾ ਹੈ। ਪਰ ਇੱਕ ਗੱਲ ਆ ਸਰ, ਕੀ ਨਾਮ ਹੈ ਜੀ ਤੁਹਾਡਾ? ਅਮਰੀਕ ਸਿੰਘ ਹੈ। ਤੇ ਸਰ ਜਦੋਂ ਪ੍ਰਸ਼ਾਸਨ ਨਾਲ ਗੱਲ ਕਰਦੇ, ਆਪਾਂ ਸਕੂਲ ਨਾਲ ਗੱਲ ਕਰਦੇ, ਸਾਰੇ ਇੱਕ ਕਾਪੀ ਜੀ ਕੱਢ ਕੇ ਦੇ ਦਿੰਦੇ ਆ ਵੀ ਅਸੀਂ ਤਾਂ ਜੀ ਕੋਰਟ ਦੇ ਹੁਕਮਾਂ ਦੇ ਅਨੁਸਾਰ ਫੀਸਾਂ ਲੈ ਰਹੇ ਆ। ਇੱਕ ਧਰਨਾ ਉਧਰ ਵੀ ਚੱਲ ਰਿਹਾ ਅਕੈਡਮੀ ਦੇ ਖਿਲਾਫ, ਉਧਰ ਵੀ ਇਹੀ ਮਸਲਾ ਹਲੇ ਹੱਲ ਨਹੀਂ ਹੋਇਆ, ਤੇ ਆ ਇੱਕ ਨਵਾਂ ਧਰਨਾ ਹੋਰ ਸ਼ੁਰੂ ਹੋ ਗਿਆ। ਕਿਵੇਂ ਦੇਖਦੇ ਹੋ? ਇਹ ਕਹਿੰਦੇ ਅਸੀਂ ਰੂਲ ਰੈਗੂਲੇਸ਼ਨ ਦੇ ਨਾਲ ਫੀਸਾਂ ਲੈ ਰਹੇ ਆ। ਸਰ ਇਹਨੇ ਸਾਨੂੰ ਦਿੱਤਾ ਸੀਗਾ ਰੂਲ, ਉਹ ਨਾ ਤਾਂ ਕਿਤੇ ਆਨਲਾਈਨ ਆ ਨਾ ਕਿਤੇ, ਉਹ ਬਿਲਕੁਲ ਫੇਕ ਹੈਗਾ ਜੀ। ਤੁਹਾਨੂੰ ਦਿਖਾਇਆ ਵੀ ਸੀਗਾ। ਹੁਣ ਉਹਦੇ ਹਿਸਾਬ ਨਾਲ ਤਾਂ ਉਹ ਹੈ ਹੀ ਨਹੀਂ, ਆਰਡਰ ਹੀ ਨਹੀਂ ਹੈਗਾ ਸਰ ਹਾਈ ਕੋਰਟ ਦਾ ਜੀ। ਉਹ ਮੈਂ ਵੀ ਸਰ ਐਡਵੋਕੇਟ ਆ, ਉਹ ਹੈ ਹੀ ਨਹੀਂ ਆਰਡਰ, ਕਿਤੇ ਨਹੀਂ ਹੈਗਾ ਸਰ ਉਹ ਆਰਡਰ। ਆਨਲਾਈਨ ਜੇ ਆਪਾਂ ਕੁਝ ਕੱਢਦੇ ਆ ਤਾਂ ਉਹਦੇ ਉੱਪਰ ਨੰਬਰ ਲਿਖਿਆ ਹੁੰਦਾ, ਆਨਲਾਈਨ ਨੰਬਰ ਹੁੰਦਾ, ਉਹਦੇ ਹਿਸਾਬ ਨਾਲ ਆਰਡਰ ਨਿਕਲਦਾ ਹੈ। ਤਾਂ ਸਰ ਉਹ ਬਿਲਕੁਲ ਨਹੀਂ ਹੈਗਾ, ਉਹ ਫੇਕ ਹੈਗਾ ਜੀ ਬਿਲਕੁਲ। ਤੇ ਜੇ ਫੇਕ ਆਰਡਰ ਦਿੱਤਾ ਤੇ ਇਹਨਾਂ ਦੇ ਖਿਲਾਫ ਤੁਸੀਂ ਕੋਈ ਸ਼ਿਕਾਇਤ ਕੀਤੀ ਹੈ? ਕੀ ਮਸਲਾ ਕਰਾਂਗੇ ਸਰ, ਸਾਨੂੰ ਹੁਣੇ ਦਿੱਤਾ ਇਹਨਾਂ ਨੇ ਸਰ, ਅੱਧਾ ਘੰਟਾ ਪਹਿਲਾਂ ਦਿੱਤਾ। ਕਹਿੰਦੇ ਆ ਇਹਦੇ ਹਿਸਾਬ ਨਾਲ ਅਸੀਂ 100% ਫੀਸ ਲੈ ਰਹੇ ਤੁਹਾਡੀ, ਅਸੀਂ ਹੁਣ ਕਰਾਂਗੇ, ਡੀਸੀ ਸਾਹਿਬ ਨੂੰ ਦੇਵਾਂਗੇ ਉਹ। ਤੇ ਇੱਕ ਗੱਲ ਹੋਰ ਵੀ ਕਹਿ ਦਿੰਦੇ, ਜਦ ਵੀ ਇੱਦਾਂ ਫੀਸਾਂ ਦਾ ਮਸਲਾ ਹੁੰਦਾ ਸਕੂਲਾਂ ਵਾਲਿਆਂ ਦੇ ਨਾਲ, ਕਹਿੰਦੇ ਅਸੀਂ ਤਾਂ ਬਹੁਤ ਵਧੀਆ ਪੜ੍ਹਾਈ ਕਰਾ ਰਹੇ, ਬਹੁਤ ਵਧੀਆ ਬਿਲਡਿੰਗ ਦਿੱਤੀ ਵੀ ਆ, ਜੇ ਕਿਸੇ ਨੂੰ ਨਹੀਂ ਬਾਰਾ ਖਾਂਦਾ ਤਾਂ ਸਰਕਾਰੀ ਸਕੂਲਾਂ 'ਚ ਪੜ੍ਹਾ ਲਓ, ਐਂ ਕਹਿ ਦਿੰਦੇ ਆ। ਨਹੀਂ ਵੀ ਸਰ ਸਕੂਲ ਖੋਲ੍ਹੇ ਕਿਉਂ ਇਹਨਾਂ ਨੇ? ਸਕੂਲ ਬੱਚਿਆਂ ਦੇ ਨਾਲ ਚੱਲਦਾ ਏ, ਨਾ ਕਿ ਸਕੂਲ ਸਾਡੇ ਬੱਚਿਆਂ ਦੇ ਨਾਲ ਚੱਲਦਾ। ਸਾਡੇ ਬੱਚੇ ਉਹ ਪੜ੍ਹਨਗੇ ਤਾਂ ਹੀ ਸਕੂਲ ਚੱਲੇਗਾ। ਉਹ ਵੀ ਇਹੀ ਕਹਿੰਦੇ ਜੇ ਸਾਨੂੰ ਪੈਸੇ ਫੰਡ ਆਣਗੇ ਤਾਂ ਹੀ ਸਕੂਲ ਚਲਾਵਾਂਗੇ। ਅਸੀਂ ਸਰ ਦੇ ਰਹੇ ਆ। ਹੁਣ ਜਿਹੜਾ ਬਿਲਡਿੰਗ ਫੰਡ ਆ ਔਰ ਇਹਦੇ ਆਪਣਾ ਮੰਨ ਲਓ ਇਹ ਬਿਲਡਿੰਗ ਫੰਡ ਲੈ ਰਹੇ, 7 ਹੋਰ ਇਲੈਕਟ੍ਰਿਸਿਟੀ ਚਾਰਜਸ ਲੈ ਰਹੇ ਆ, ਉਹ ਥੋੜਾ ਸਰ ਜਮਾਂ ਕਿ ਅਸੀਂ ਜਦ ਯੂਜ਼ ਹੀ ਨਹੀਂ ਕਰਨੇ। ਤੇ ਉਹਦੇ ਬਾਅਦ ਸਾਡੇ ਜਿਹੜੀ ਗੇਮਸ ਫੰਡ ਇਹ ਲੈ ਰਹੇ ਆ, ਅਸੀਂ ਉਹ ਯੂਜ਼ ਨਹੀਂ ਕਰਨੇ। ਅਸੀਂ ਸਰ ਉਹਦਾ ਕਿਵੇਂ ਖਰਚਾ ਦੇਵਾਂਗੇ? ਅਸੀਂ ਟਿਊਸ਼ਨ ਫੀਸ ਦੇਵਾਂਗੇ, ਉਹ ਵੀ ਸਾਡੇ ਬੱਚੇ ਆਨਲਾਈਨ ਕਲਾਸ ਲਾਉਂਦੇ ਤਾਂ ਦੇਵਾਂਗੇ ਜੀ ਉਹ। ਤੇ ਤੁਸੀਂ ਸਵੇਰ ਦੇ 9 ਵਜੇ ਤੱਕ ਖੜੇ ਹੋ, ਹੁਣ ਨਤੀਜਾ ਕੀ ਨਿਕਲਿਆ? ਸਰ 9 ਵਜੇ ਅਸੀਂ ਆਏ ਸੀ ਜਦੋਂ ਉਰੇ, ਸਾਨੂੰ 9 ਵਜੇ ਤੋਂ ਬਾਅਦ ਉਹਨਾਂ ਨੇ 10:15 ਵਜੇ ਸਾਨੂੰ ਅੰਦਰ ਪ੍ਰਿੰਸੀਪਲ ਮੈਡਮ ਮਿਲੇ ਸੀ, 5 ਬੰਦੇ ਗਏ ਸੀ। ਉਹਦੇ ਬਾਅਦ ਸਾਨੂੰ ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਸਾਡਾ ਇੱਕ ਬਹਾਨਾ ਲਾ ਕੇ ਵੀ ਮੇਰਾ ਪੇਪਰ ਚੱਲਦਾ ਏ, ਮੈਂ ਤੁਹਾਨੂੰ 2:30 ਵਜੇ ਮਿਲੂੰਗੀ।
ਉਹਨਾਂ ਦਾ ਸੀਗਾ ਵੀ ਇਹਨਾਂ ਨੇ ਨਿਕਲ ਜਾਣਾ ਉਰੇ ਤੇ ਸਾਰਿਆਂ ਨੇ, ਨਹੀਂ ਖੜਨਗੇ। ਅਸੀਂ ਉਰੇ ਲੰਗਰ ਵੀ ਛਕਾਇਆ ਸੰਗਤ ਨੂੰ ਸਾਰੀ ਨੂੰ, ਚਾਹ ਵੀ ਛਕਾਈ ਆ, ਤੇ ਉਹਦੇ ਬਾਅਦ ਅਸੀਂ 2:30 ਵਜੇ ਤੱਕ ਬੈਠੇ ਰਹੇ। ਫਿਰ ਪੁਲਿਸ ਪ੍ਰਸ਼ਾਸਨ ਆਇਆ ਜੀ, ਸਿਟੀ ਤੋਂ SHO ਸਾਹਿਬ ਆਏ ਸੀ, ਉਹਨਾਂ ਨੇ ਫਿਰ ਉਹ ਅੰਦਰ ਗਏ ਵੀ ਮਾਹੌਲ ਉਹਦਾ ਖਰਾਬ ਹੋ ਜਾਣਾ, ਵੀ ਤੁਸੀਂ ਇਹਨਾਂ ਨਾਲ ਆ ਕੇ ਗੱਲ ਕਰੋ। ਫਿਰ ਉਹਦੇ ਹਿਸਾਬ ਨਾਲ ਸਾਡੇ 5 ਬੰਦੇ ਅੰਦਰ ਗਏ ਆ, ਉਹ ਕਹਿੰਦੇ ਅਸੀਂ ਨਹੀਂ ਫੀਸ ਘੱਟ ਕਰਨੀ, ਜੇ ਕਿਸੇ ਨੂੰ ਇਦਾਂ ਕੋਈ ਲੱਗਦਾ ਹੈ ਤਾਂ ਆਪਣੀ ਐਪਲੀਕੇਸ਼ਨ ਦੇ ਦਿਓ, ਅਸੀਂ ਤੁਹਾਡੀ ਫੀਸ ਘੱਟ ਕਰ ਦਾਂਗੇ। ਤੇ ਅਗਲਾ ਹੁਣ ਸਟੈਪ ਕੀ ਰਹੂਗਾ ਤੁਹਾਡਾ, ਅਗਰ ਨਹੀਂ ਮੰਗਾ ਮੰਨੀ ਜਾਂਦਾ ਕੀ ਸਟੈਪ ਅਗਲਾ? ਹੁਣ ਅਸੀਂ ਇਹ ਤੋਂ ਬਾਅਦ ਅਸੀਂ ਹੁਣ DC ਸਾਹਿਬ ਕੋਲ ਜਾ ਰਹੇ ਹਾਂ, ਉਹਨਾਂ ਨੂੰ ਮੰਗ ਪੱਤਰ ਦੇਣਾ ਹੈ। ਜੇ ਸਾਡਾ ਮਸਲਾ ਨਾ ਹੋ ਲਿਆ ਫਿਰ ਅਸੀਂ ਪੱਕਾ ਧਰਨਾ ਲਾਵਾਂਗੇ ਜੀ। ਸੋ ਬਿਲਕੁਲ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹੀ ਹਾਲਾਤ ਨੇ, ਕਿਉਂਕਿ ਪ੍ਰਸ਼ਾਸਨ ਜਾਂ ਸਿੱਖਿਆ ਵਿਭਾਗ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਆਰਡਰ ਕੀ ਹੈ ਅਦਾਲਤ ਦੇ ਉਹ ਕਲੀਅਰ ਨਹੀਂ ਕੀਤਾ ਜਾਂਦਾ, ਸਪਸ਼ਟ ਨਹੀਂ ਕੀਤਾ ਜਾਂਦਾ ਮਾਪਿਆਂ ਨੂੰ ਕਿ ਕੀ ਆਰਡਰ ਹੈ, ਕਿੰਨੀ ਫੀਸ ਲਈ ਜਾਣੀ ਹੈ, ਫੰਡ ਲਏ ਜਾਣੇ ਨਹੀਂ ਲਏ ਜਾਣੇ। ਪ੍ਰਸ਼ਾਸਨ ਜਾਂ ਸਿੱਖਿਆ ਵਿਭਾਗ ਇਸ ਮੁੱਦੇ ਤੇ ਜਿਹੜੇ ਹੈਗੇ ਚੁੱਪ ਬੈਠੇ ਆ, ਜਿਸ ਕਰਕੇ ਮਾਪੇ ਅਤੇ ਸਕੂਲ ਪ੍ਰਸ਼ਾਸਨ ਆਮਣੇ ਸਾਹਮਣੇ ਹੈ। ਮਾਪਿਆਂ ਨੂੰ ਧੁੱਪਾਂ ਦੇ ਵਿੱਚ ਜਿਹੜੇ ਹੈਗੇ ਧਰਨੇ ਦੇਣੇ ਪੈ ਰਹੇ ਆ। ਹਾਲਾਂਕਿ ਜਦੋਂ ਕਿ ਪ੍ਰਸ਼ਾਸਨ ਨੂੰ, ਸਰਕਾਰ ਨੂੰ ਚਾਹੀਦਾ ਇਸ ਮਸਲੇ ਨੂੰ ਕਲੀਅਰ ਕਰਨਾ ਚਾਹੀਦਾ ਕਿ ਆਰਡਰ ਕੀ ਹੈ, ਅਸਲ ਦੇ ਵਿੱਚ ਫੰਡ ਜਿਹੜੇ ਹੈਗੇ ਲਏ ਜਾਣੇ ਚਾਹੀਦੇ ਆ, ਨਹੀਂ ਲਈ ਜਾਣੇ ਚਾਹੀਦੇ, ਕਿੰਨੇ ਫੀਸਦੀ ਜਿਹੜੀ ਹੈਗੀ ਫੀਸ ਲਈ ਜਾਣੀ ਚਾਹੀਦੀ ਹੈ, ਮਾਪਦੰਡ ਤੈਅ ਹੋਣੇ ਚਾਹੀਦੇ। ਇਸ ਨੂੰ ਲੈ ਕੇ ਹਾਲੇ ਤੱਕ ਰੇੜਕਾ ਜਿਹੜਾ ਬਰਕਰਾਰ ਹੈ ਤੇ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਇਸੇ ਤਰ੍ਹਾਂ ਮਾਪੇ ਜਿਹੜੇ ਹੈਗੇ ਆ ਧੁੱਪਾਂ ਦੇ ਵਿੱਚ ਧਰਨੇ ਲਗਾਉਣ ਦੇ ਲਈ ਮਜਬੂਰ ਨੇ। ਸਕੂਲਾਂ ਦੇ ਖਿਲਾਫ ਸਕੂਲ ਪ੍ਰਸ਼ਾਸਨ ਦੇ ਨਾਲ ਵੀ ਗੱਲ ਕਰਦੇ ਆ, ਕੀ ਕੁਝ ਕਹਿਣਾ ਉਹਨਾਂ ਦਾ ਇਸ ਮੁੱਦੇ ਨੂੰ ਲੈ ਕੇ। ਆਓ ਚੱਲਦੇ ਹਾਂ ਸਕੂਲ ਦੇ ਅੰਦਰ। ਮੈਮ, ਪੇਰੈਂਟਸ ਵੱਲੋਂ ਜੋ ਡਿਮਾਂਡ ਕੀਤੀ ਜਾ ਰਹੀ ਹੈ, ਧਰਨਾ ਵੀ ਦਿੱਤਾ ਗਿਆ ਬਾਹਰ, ਕਹਿਣਾ ਕਿ ਜਿਹੜਾ ਨਜਾਇਜ਼ ਤੌਰ ਤੇ ਫੀਸਾਂ ਲਈਆਂ ਜਾ ਰਹੀਆਂ, ਕੋਰਟ ਦੇ ਆਰਡਰਾਂ ਤੋਂ ਜਿਹੜਾ ਹੈਗਾ ਵਾਇਲੇਸ਼ਨ ਕਰਕੇ ਜਿਹੜੀਆਂ ਫੀਸਾਂ ਲਈਆਂ ਜਾ ਰਹੀਆਂ, ਕੀ ਕਹਿਣਾ ਚਾਹੁੰਦੇ ਹੋ? ਸਰ ਦੇਖੋ, ਜਿਹੜੇ ਕੋਰਟ ਦੇ ਆਰਡਰ ਹੈ ਉਹ ਕਹਿੰਦੇ ਵੀ ਆਪਾਂ 100% ਫੀਸ 2021-22 'ਚ ਚਾਰਜ ਕਰ ਸਕਦੇ। ਹਰ ਜਗ੍ਹਾ ਪਰ ਇਹ ਆਇਆ, ਉਸ ਦੇ ਅਕੋਰਡਿੰਗ ਹੀ ਸਰ ਫੀਸ ਚਾਰਜ ਕੀਤੀ ਜਾ ਰਹੀ ਹੈ। ਸਿਰਫ 8% ਹਾਈਕ ਹੈ ਫੀਸ 'ਚ, ਉਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ। ਬਾਕੀ ਇਹ ਹੈ ਕਿ ਜੋ ਪੇਰੈਂट्स है ਹੁਣੀ ਮੰਗ ਪੱਤਰ ਦੇ ਕਰ ਗਏ, ਜੋ ਵੀ ਇਹਦਾ ਡਿਸੀਜਨ ਹੋਏਗਾ ਸਰ ਸਾਡੀ ਕਮੇਟੀ ਬੈਠੇਗੀ, ਕੋਰ ਕਮੇਟੀ ਦੀ ਸਿਟਿੰਗ ਹੋਏਗੀ, ਜੋ ਬਣਦਾ ਹੋਏਗਾ ਸਰ 110% ਉੱਥੇ ਪੇਰੈਂट्स ਨੂੰ ਜੋ ਵੀ ਕੰਸੈਸ਼ਨ ਹੈ ਉਹ ਮਿਲੇਗਾ ਸਰ। ਤੇ ਤੁਸੀਂ ਕੋਰਟ ਦੀ ਗੱਲ ਕੀਤੀ, ਉਹ ਕਹਿੰਦੇ ਸਾਨੂੰ ਕਾਪੀ ਦਿੱਤੀ, ਉਹ ਜਾਲੀ ਫੇਕ ਹੈਗੀ ਆ ਆਰਡਰ ਦੀ, ਕਹਿੰਦੇ ਉਹ ਕਹਿੰਦੇ ਕਿਤੇ ਵੀ ਜਿਹੜਾ ਹੈਗਾ ਕੋਰਟ ਦੇ ਆਰਡਰ ਵਿੱਚ ਹੈ ਨਹੀਂ ਕਿਤੇ ਵੀ, ਉਹ ਜਾਲੀ ਕਾਪੀ ਦਿੱਤੀ ਹੈ ਜਿਹੜੀ। ਸਰ ਜਾਲੀ ਕਾਪੀ ਨਹੀਂ ਦਿੱਤੀ, ਆਨਲਾਈਨ ਜੇ ਆਪਾਂ ਸਰਚ ਕਰਦੇ ਹਾਂ ਉੱਥੋਂ ਨਿਕਲਦੀ ਹੈ ਸਰ। ਪੇਰੈਂट्स ਵੈਲ ਅਵੇਅਰ ਹੈ ਇਸ ਚੀਜ਼ ਦਾ, ਤਾਂ ਮਤਲਬ ਉਹ ਉਹਨਾਂ ਦੀ ਆਪਣੀ ਸਟੇਟਮੈਂਟ ਹੈ, ਸਾਡੇ ਕੋਲ ਆਪਣੀ ਹੈ ਸਰ। ਨਹੀਂ, ਐਡਵੋਕੇਟ ਸੀਗੇ ਵਿੱਚੋਂ, ਕਹਿੰਦੇ ਚੈੱਕ ਕੀਤਾ ਪਾ ਕੇ ਸਾਰੇ ਸਾਈਟਾਂ ਤੇ, ਕੋਰਟ ਦੀਆਂ ਸਾਈਟਾਂ ਤੇ, ਕਿਤੇ ਵੀ ਉਹ ਆਰਡਰ ਦੇ ਕੇ ਹੈ ਨਹੀਂ ਆ ਵੀ ਉਹ ਜਾਲੀ ਫੇਕ ਹੈਗੇ ਆ। ਨਹੀਂ ਸਰ, ਫੇਕ ਨਹੀਂ ਹੈਗੇ। ਬਾਕੀ ਦੇਖੋ ਐਡਵੋਕੇਟ ਹੈ ਤਾਂ ਉਹ ਵੈਲ ਅਵੇਅਰ ਹੋਣਗੇ ਸਰ ਇਸ ਚੀਜ਼ ਤੋਂ। ਬਾਕੀ ਮੈਂ ਹੁਣ ਇਸ ਤੇ ਅੱਗੇ ਕੁਝ ਨਹੀਂ ਕਹਿ ਸਕਦੀ ਸਰ। ਤੇ ਇੱਕ ਕਹਿ ਰਹੇ ਕਿ ਜਿਹੜੀਆਂ ਅਲੱਗ ਫੰਡ ਜਿਹੜੇ ਹੈਗੇ ਆ, ਫਾਲਤੂ ਦੇ ਫੰਡ, ਐਨੂਅਲ ਫੰਡ, ਬਿਲਡਿੰਗ ਫੰਡ, ਹੋਰ ਕਈ ਤਰ੍ਹਾਂ ਦੇ ਫੰਡ ਜਿਹੜੇ ਹੈਗੇ ਆ, ਉਹ ਕਹਿੰਦੇ ਨਜਾਇਜ਼ ਵਸੂਲੇ ਜਾ ਰਹੇ ਆ, ਡਿਮਾਂਡ ਕਰ ਰਹੇ ਆ ਕਿ 70% ਹੀ ਅਸੀਂ ਦੇ ਸਕਦੇ ਹਾਂ। ਸਰ ਦੇਖੋ, ਅਸੀਂ ਅੱਗੇ ਆਪਣੇ ਸਟਾਫ ਨੂੰ ਉਹਨਾਂ ਦੀ ਪੂਰੀ ਬਣਦੀ ਸੈਲਰੀ ਦੇਣੀ ਹੈ। ਨਵਾਂ ਸੈਸ਼ਨ ਹੈ ਸਰ, ਵਿਦ ਇਨਕਰੀਮੈਂਟ ਦੇਣਾ ਹੈ ਸਟਾਫ ਨੂੰ। ਹੁਣ 70% ਪਰ ਕੰਟੀਨਿਊ ਕਰਾਉਣਾ ਸਰ ਕਿਸੇ ਵੀ ਸਕੂਲ ਵਾਸਤੇ ਔਖਾ ਹੈ। ਜਿੰਨੇ ਵੀ ਇਸ ਰੀਜ਼ਨ ਦੇ ਮੰਨੇ ਪ੍ਰਮੰਨੇ ਸਕੂਲ ਹੈ ਸਾਰੇ ਹੀ ਸਰ ਫੁੱਲ ਡਿਊਸ ਚਾਰਜ ਕਰ ਰਹੇ ਆ ਐਜ਼ ਪਰ ਦਾ ਆਰਡਰ ਆਫ ਸੁਪਰੀਮ ਕੋਰਟ। ਮੈਮ, ਇੱਕ ਹੋਰ ਕਹਿੰਦੇ ਸੀ, ਉਹ ਬੁੱਕਸ ਨੂੰ ਕਹਿੰਦੇ ਜਿਹੜਾ ਹੈਗਾ ਪ੍ਰੈਸ਼ਰ ਪਾਇਆ ਜਾ ਰਿਹਾ, ਵਰਦੀਆਂ ਨੂੰ ਪ੍ਰੈਸ਼ਰ ਪਾਇਆ ਜਾ ਰਿਹਾ, ਤੇ ਆਪਣੀ ਇੱਕ ਸ਼ਾਪ ਖੋਲੀ ਹੋਈ ਹੈ ਇੱਥੇ ਲੋਧੀ ਮਾਜਰੇ ਕਿੱਧਰ ਪਿੰਡ ਦੇ ਵਿੱਚ, ਤੇ ਉੱਥੋਂ ਜਿਹੜੀ ਹੈਗੀ ਕਹਿੰਦੇ ਜ਼ਬਰਦਸਤੀ ਸਾਨੂੰ ਕੀਤਾ ਜਾ ਰਿਹਾ ਵੀ ਪਹਿਲਾਂ ਕਹਿੰਦੇ ਸੀ ਬੁੱਕ ਚੇਂਜ ਨਹੀਂ ਕਰਨੀਆਂ, ਪੁਰਾਣੀਆਂ ਲੈ ਲਓ, ਤੇ ਬਾਅਦ 'ਚ ਚੇਂਜ ਕਰ ਦਿੱਤੀਆਂ। NTRSC ਦੀਆਂ ਜਿਹੜੇ ਬੁੱਕਸ ਨਹੀਂ ਲਗਾਈਆਂ ਜਾ ਰਹੀਆਂ। ਸਰ ਦੇਖੋ, NCERT ਦੀ ਹੀ ਬੁੱਕਸ ਲੱਗੀਆਂ ਵੀ ਹੈ। ਬਾਕੀ ਪੇਰੈਂਟਸ ਹੈ, ਇਹਨਾਂ ਦੀ ਸਟੇਟਮੈਂਟ ਸਰ ਕਿਤੇ ਕੁਝ ਹੋਰ ਆ ਰਹੀ ਹੈ, ਕਿਤੇ ਕੁਝ ਹੋਰ ਆ ਰਹੀ ਹੈ। ਸਾਡੇ ਵੱਲੋਂ ਨਹੀਂ ਸਰ, NCERT ਓਪਨ ਮਾਰਕੀਟ 'ਚ ਮਿਲਦੀਆਂ ਇਹ ਪਰਚੇਸ ਕਰਨ ਸਰ। ਸਾਡੇ ਵੱਲੋਂ ਕੋਈ ਵੀ ਇਹਨਾਂ ਨੂੰ ਸਟੇਸ਼ਨਰੀ ਮਾਰਟ ਸਪੈਸ਼ਲੀ ਵੀ ਇੱਥੇ ਜਾ ਕੇ ਬੁੱਕ ਖਰੀਦੋ ਕਦੇ ਵੀ ਸਟੇਟਮੈਂਟ ਨਹੀਂ ਆਈ ਸਰ। ਆਨਲਾਈਨ ਦੀ ਗੱਲ ਕਰ ਰਹੇ ਸੀ ਵੀ ਆਨਲਾਈਨ ਜਿਹੜਾ ਹੈਗਾ ਮਜਬੂਰ ਕੀਤਾ ਜਾ ਰਿਹਾ ਡਰੈਸ ਪਾ ਕੇ ਪਾਉਣ ਦੀ ਵਾਸਤੇ, ਕਹਿੰਦੇ ਜਦੋਂ ਘਰੇ ਹੈਗੇ ਆ ਤੇ ਡਰੈਸ ਉਹਨਾਂ ਨੂੰ ਇੱਕ ਤਾਂ ਪਹਿਲੀ ਆਰਥਿਕ ਤੌਰ ਤੇ ਜਿਹੜਾ ਹੈਗਾ ਕਮਜ਼ੋਰ ਨੇ, ਤੇ ਦੂਜਾ ਜ਼ਬਰਦਸਤੀ ਨੂੰ ਕਹਿੰਦੇ ਵੀ ਡਰੈਸ ਖਰੀਦੋ ਤੇ ਆਨਲਾਈਨ ਪਾ ਕੇ ਬੈਠੋ। ਨਹੀਂ ਸਰ ਦੇਖੋ, ਪੇਰੈਂਟਿੰਗ ਸੈਸ਼ਨਸ ਹੋਏ ਸੀਗੇ, ਪੇਰੈਂਟਸ ਨਾਲ ਗੱਲ ਸਾਂਝੀ ਕਰਨੀ ਸੀਗੀ ਕਿਉਂਕਿ ਪਿਛਲੇ ਸਾਲ ਆਪਾਂ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕਰ ਪਾਏ ਸੀਗੇ, ਤਾਂ ਪੇਰੈਂਟਸ ਦਾ ਆਪਣਾ ਹੀ ਸੁਝਾਅ ਸੀਗਾ। ਇਹਨਾਂ ਮਾਪਿਆਂ 'ਚੋਂ ਹੀ ਕਈਆਂ ਨੇ ਕਿਹਾ ਕਿ ਮੈਡਮ ਜਿਹੜੇ ਬੱਚੇ ਆ ਉਹ ਜਦ ਘਰ ਦੀ ਵਰਦੀਆਂ 'ਚ ਬੈਠਦੇ ਆ ਤਾਂ ਉਹ ਮਤਲਬ ਉਸ ਹਿਸਾਬ ਦੇ ਨਾਲ ਆਪਣੀ ਸਟੱਡੀ ਨੂੰ ਅੱਗੇ ਇਨਹਾਂਸ ਨਹੀਂ ਕਰਦੇ, ਤਾਂ ਮਤਲਬ ਅਸੀਂ ਜੇ ਸਕੂਲ ਦੀ ਵਰਦੀਆਂ 'ਚ ਪਾਵੇ ਤਾਂ ਉਹਨਾਂ ਦਾ ਸੁਝਾਅ ਸੀਗਾ, ਅਸੀਂ ਉਹਨਾਂ ਨੂੰ ਹੀ ਕਿਹਾ ਸੀਗਾ ਜਿਹੜੇ ਪਾ ਸਕਦੇ ਪਵਾਓ, ਜਿਹੜੇ ਨਹੀਂ ਪਵਾ ਰਹੇ ਨਹੀਂ ਪਵਾ ਸਰ, ਸਾਨੂੰ ਉਸ 'ਚ ਕੋਈ ਉਹ ਨਹੀਂ ਹੈ। ਤੇ ਹੁਣ ਇਹਦਾ ਮਸਲੇ ਦਾ ਕੀ ਹੱਲ ਹੋਊਗਾ ਜੀ? ਇਹਦਾ ਕਿਸ ਤਰ੍ਹਾਂ ਇਹਦਾ ਡਿਮਾਂਡ ਕਰ ਰਹੇ ਸਰ ਦੇਖੋ, ਜਿਹੜੀ ਡਿਮਾਂਡ ਕਰ ਰਹੇ ਆ, ਜਿਹੜੀ ਇਹਨਾਂ ਦੀ ਬਣਦੀ ਮੰਗ ਹੈ ਉਹ ਜਿੱਥੇ ਜੈਨੂਅਨ ਹੋਏਗਾ ਸਰ ਸਾਡੀ ਕੋਰ ਕਮੇਟੀ ਬੈਠੇਗੀ,
ਉਸ ਦੇ ਅਕੋਰਡਿੰਗ ਸਰ ਜਿੱਥੇ ਵਾਕਈ ਰੀਜ਼ਨ ਹੈ ਕਿ ਸਰ ਮਤਲਬ ਉੱਥੇ ਫੀ ਕੰਸੈਸ਼ਨ ਦੀ ਲੋੜ ਆ 110% ਸਰ ਵੀ ਵਿਲ ਗ੍ਰਾਂਟ। ਹਾਂਜੀ ਸਰ, ਦੇਖੋ ਜਿਹੜਾ ਹੁਣ ਇਹ ਮੰਗ ਪੱਤਰ ਦੇ ਕੇ ਗਏ ਹੈ ਫੀਸਾਂ ਵਿੱਚ ਵਾਧੇ ਸੰਬੰਧੀ, ਤਾਂ ਜਿੱਥੇ ਤੱਕ ਹੈਗਾ ਜੋ ਵੀ ਸਟੇਟ ਦੇ ਨੋਰਮਸ ਹੈ ਉਸੇ ਦੇ ਅਕੋਰਡਿੰਗ ਫੀਸ ਲੈ ਰਹੇ ਹਾਂ। ਸਾਰੇ ਰੀਜ਼ਨ ਦੀ ਫੀਸ ਸੇਮ ਹੈ। ਜਿਹੜੇ ਸਾਰੇ ਪੇਰੈਂਟਸ ਅੱਜ ਇਕੱਠੇ ਹੋਏ ਸੀਗੇ ਇਹਨਾਂ 'ਚੋਂ ਮੋਰ ਦੈਨ 50% ਪੇਰੈਂਟਸ ਐਸੇ ਹੈ ਜਿਨ੍ਹਾਂ ਨੇ ਅੱਜ ਤੱਕ ਪਿਛਲੇ ਸਾਲ ਦੇ ਕਿਹਾ ਉਸ ਤੋਂ ਪਿਛਲੇ ਸਾਲ ਦੇ ਵੀ ਡਿਊਜ਼ ਕਲੀਅਰ ਨਹੀਂ ਕੀਤੇ। ਹਲੇ ਵੀ ਸਕੂਲ ਦਾ ਇਹਨਾਂ ਵੱਲ 8.5 ਲੱਖ ਰੁਪਇਆ ਸਰ ਪੈਂਡਿੰਗ ਪਿਆ। ਫਿਰ ਵੀ ਸਰ ਜੇ ਆਪਣੀ ਇਹ ਕੋਈ ਵੀ ਪ੍ਰੋਬਲਮ ਸ਼ੇਅਰ ਕਰਦੇ ਅਸੀਂ ਯਕੀਨ ਦਿਲਵਾਉਂਦੇ ਹਾਂ ਕਿ ਅਸੀਂ ਉਸ ਜਗ੍ਹਾ ਪਰ ਅਸੀਂ ਇਹਨਾਂ ਨੂੰ ਸਪੋਰਟ ਜ਼ਰੂਰ ਕਰਾਂਗੇ ਸਰ। ਪੇਰੈਂਟਸ ਨੇ ਵੀ ਕਿਹਾ ਕਿ ਅਗਰ ਉਹਨਾਂ ਦੀ ਜਿਹੜੀ ਮਸਲਾ ਹੱਲ ਨਾ ਹੋਇਆ 70% ਨਹੀਂ ਕੀਤੀ ਗਈ ਤਾਂ ਉਹ ਪੱਕੇ ਤੌਰ ਤੇ ਧਰਨਾ ਲਾਉਣਗੇ ਸਕੂਲ ਦੇ ਅੱਗੇ ਜੀ। ਠੀਕ ਹੈ ਸਰ। ਸਰ ਦੇਖੋ ਇਹ ਹੁਣ ਮੈਂ ਬਿਲਕੁਲ ਮੈਂ ਇਹਨਾਂ ਨੂੰ ਇਹ ਗੱਲ 10 ਦਿਨ ਪਹਿਲਾਂ ਵੀ ਦੱਸੀ ਹੈ, ਅੱਜ ਵੀ ਇਹ ਦੱਸ ਰਹੀ ਹਾਂ ਸਰ, ਜੋ ਬਣਦੇ ਚਾਰਜ ਹੈ ਫੀਸ ਦੇ ਸਰ ਉਹ ਅਸੀਂ ਲਵਾਂਗੇ, ਉਸ 'ਚ ਕੋਈ ਵੀ ਕਟੌਤੀ ਸਾਡੇ ਵੱਲੋਂ ਨਹੀਂ ਕੀਤੀ ਜਾਵੇਗੀ ਸਰ। ਸੋ ਸੁਣਿਆ ਤੁਸੀਂ ਸਕੂਲ ਪ੍ਰਿੰਸੀਪਲ ਪਰਵਿੰਦਰ ਕੌਰ ਜੀ ਦਾ ਪੱਖ ਕਿ ਉਹਨਾਂ ਦਾ ਕਹਿਣਾ ਕਿ ਅਦਾਲਤ ਦੇ ਜੋ ਨਿਯਮ ਆ ਉਹਨਾਂ ਨਿਯਮਾਂ ਦੇ ਤਹਿਤ ਹੀ ਫੀਸਾਂ ਲਈਆਂ ਜਾ ਰਹੀਆਂ। ਉਹਨਾਂ ਦਾ ਕਹਿਣਾ ਕਿ ਸਕੂਲ ਚਲਾਉਣ ਦੇ ਲਈ ਫੀਸਾਂ ਲੈਣੀਆਂ ਜ਼ਰੂਰੀ ਹੈ, ਜ਼ਿਆਦਾਤਰ ਫੀਸਾਂ ਮਾਫ ਨਹੀਂ ਕਰ ਸਕਦੇ। ਤੇ ਦੂਜੇ ਪਾਸੇ ਮਾਪੇ ਜਿਹੜੇ ਹੈਗੇ ਆ 70% ਫੀਸ ਦੇਣ ਦੀ ਗੱਲ ਕਰ ਰਹੇ ਨੇ। ਉਹਨਾਂ ਦਾ ਕਹਿਣਾ ਕਿ ਇਸ ਤੋਂ ਵੱਧ ਉਹ ਫੀਸ ਨਹੀਂ ਦੇ ਸਕਦੇ ਤੇ ਸਕੂਲ ਜਿਹੜਾ ਹੈਗਾ ਉਹ ਕਹਿ ਰਿਹਾ ਕਿ 100% ਜਿਹੜੀਆਂ ਹੈਗੀਆਂ ਅਸੀਂ ਫੀਸਾਂ ਜਿਹੜੀਆਂ ਲੈਣ ਦੇ ਲਈ ਗੱਲ ਕੀਤੀ ਆ। ਤੇ ਹੁਣ ਦੇਖਣਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦਾ ਕੀ ਹੱਲ ਹੁੰਦਾ। ਸਕੂਲ ਫੀਸਾਂ ਘੱਟ ਕਰੇਗਾ ਜਾਂ ਮਾਪੇ ਜਿਹੜੇ ਹੈਗੇ ਧਰਨਾ ਲਗਾਉਣ ਦੇ ਲਈ ਮਜਬੂਰ ਹੋਣਗੇ, ਇਹ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ। ਨਿਰਭੈ ਸਿੰਘ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ, ਰੂਪਨਗਰ।